ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਜਿਵੇਂ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣਾਂ ਜਿੱਤਣ ਦੇ ਲਈ ਹਰ ਤਰੀਕੇ ਦਾ ਹੱਥਕੰਡਾ ਜਿਹੜਾ ਅਪਣਾਇਆ ਜਾ ਰਿਹਾ ਹੈ। ਸਭ ਤੋਂ ਮੋਹਰੀ ਹੱਥਕੰਡੇ ਅਪਣਾਉਣ ਦੇ ਵਿੱਚ ਚੱਲ ਰਹੀ ਹੈ ਬੀਜੇਪੀ। ਪੰਜਾਬ ਦੇ ਵਿੱਚ ਵੱਖ-ਵੱਖ ਵੱਡੇ ਲੀਡਰਾਂ ਨੂੰ ਆਪਣੀ ਪਾਰਟੀ ਦੇ ਵਿੱਚ, ਵੱਡੇ ਸਟਾਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਤੇ ਨਾਲ ਹੀ ਨਾਲ ਅੱਜ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੋਈ ਹੈ, ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ ਕਿ ਰਾਮ ਰਹੀਮ ਨੂੰ ਪੈਰੋਲ ਦਿਵਾਉਣੀ 21 ਦਿਨ ਦੀ, ਇਹ ਵੀ ਬੀਜੇਪੀ ਦੇ ਉੱਪਰ ਇਲਜ਼ਾਮ ਲੱਗ ਰਿਹਾ। ਤੇ ਇਹ ਹੱਥਕੰਡਾ ਇਹ ਵੀ ਦੇਖਿਆ ਜਾ ਰਿਹਾ ਕਿ ਚੋਣਾਂ ਵਾਸਤੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਹੈ। ਅਸਲੀਅਤ ਕੀ ਹੈ, ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਕੇ ਵੀ ਹਟੇ ਹਾਂ। ਇਸ ਦੇ ਵਿੱਚ ਵੀ ਗੱਲਬਾਤ ਕਰਾਂਗੇ ਤੇ ਕੀ ਹੱਥਕੰਡੇ ਅਪਣਾਏ ਨੇ ਉਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕਾਂਗਰਸ ਦੇ ਵਿੱਚ ਬਗਾਵਤ ਜਿਹੜੀ ਹਾਲੇ ਵੀ ਰੁਕੀ ਨਹੀਂ ਹੈ। ਵੱਡੇ ਲੀਡਰ ਬੀਜੇਪੀ ਦੇ ਵਿੱਚ ਅੱਜ ਵੀ ਗਏ ਨੇ ਤੇ ਹੋਰ ਵੀ ਜਾਣ ਦੀ ਤਿਆਰੀ ਹੈ। ਪਰ ਇਹ ਸਭ ਤੋਂ ਪਹਿਲਾਂ ਅਸੀਂ ਇਹ ਵੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਚਰਚਾ ਸੀ ਕਿ ਕੁਝ ਵੱਡੇ ਕਾਂਗਰਸੀ ਮੰਤਰੀ ਤੇ ਵਿਧਾਇਕ ਜਿਹੜੇ ਆ, ਵੱਡੇ ਚਿਹਰੇ ਜਿਹੜੇ ਆ ਬੀਜੇਪੀ ਦੇ ਵਿੱਚ ਜਾਣਗੇ। ਪਰ ਉਹ ਚਿਹਰੇ ਜਿਹੜੇ ਆ ਰੁਕ ਗਏ ਸੀ ਤੇ ਉਹ ਜਾਣਗੇ ਵੀ ਜ਼ਰੂਰ। ਤੇ ਉਹ ਕਦੋਂ ਜਾਣਗੇ? ਬੀਜੇਪੀ ਨੇ ਆਪਣੀ ਪਲਾਨ ਦੇ ਵਿੱਚ ਚੇਂਜ ਕਿਉਂ ਕੀਤਾ ਸੀ? ਪਹਿਲਾਂ ਸ਼ਾਮਲ ਕਿਉਂ ਨਹੀਂ ਕੀਤਾ ਸੀ? ਤੇ ਹੁਣ ਕਿਹੜੇ ਵੱਡੇ ਮੰਤਰੀਆਂ ਤੇ ਵਿਧਾਇਕਾਂ ਨੂੰ ਸ਼ਾਮਲ ਕਰਨਗੇ, ਕਦੋਂ ਕਰਨਗੇ, ਇਹ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਸੁਪਰ ਐਕਸਕਲੂਸਿਵ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ। ਵੱਡੇ ਖੁਲਾਸੇ ਜਿਹੜੇ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸਾਡੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ, ਸ਼ੁਕਰੀਆ ਸੁਖਵਿੰਦਰ ਸਿੰਘ ਜੀ। ਡਾਕਟਰ ਸਾਹਿਬ, ਅੱਜ ਸ਼ੁਰੂਆਤ ਮੈਂ ਤੁਹਾਡੇ ਤੋਂ ਪੁੱਛਾਂਗਾ ਕਿ ਕਿੱਥੋਂ ਸ਼ੁਰੂਆਤ ਕਰੀਏ ਅੱਜ ਆਪਾਂ ਪ੍ਰੋਗਰਾਮ। ਦੇਖੋ, ਜਿਹੜਾ ਮੁੱਦਾ ਤੁਸੀਂ ਰੇਜ਼ ਕਰ ਰਹੇ ਹੋ ਨਾ, ਇਹ 2022 ਦੀਆਂ ਚੋਣਾਂ ਦੇ ਸੰਦਰਭ ਵਿੱਚ ਇਹ ਗੱਲ ਹੁੰਦੀ ਹੈ ਕਿ ਜੇ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤੇ ਫਿਰ ਕਿਹੜੀ ਪਾਰਟੀ ਅਲਾਈਅੰਸ ਕਰੇਗੀ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ, ਇਹ ਬੜਾ ਅਹਿਮ ਸਵਾਲ ਹੈ। ਲੋਕ ਬੜੇ, ਡਾਕਟਰ ਸਾਹਿਬ ਤੁਹਾਨੂੰ ਵੀ ਪੁੱਛਦੇ ਹੋਣੇ, ਸਾਨੂੰ ਵੀ ਬੜੇ ਲੋਕੀ ਪੁੱਛਦੇ ਆ ਵੀ ਭਾਈ ਕੀ ਬਣੂਗਾ, ਕਿਹੜੀ ਸਰਕਾਰ ਆਊਗੀ। ਜੇ ਹੰਗ ਅਸੈਂਬਲੀ ਦੀ ਬੜੀ ਗੱਲ ਹੁੰਦੀ ਹੈ, ਜੇ ਹੰਗ ਅਸੈਂਬਲੀ ਆਉਂਦੀ ਹੈ ਤਾਂ ਫਿਰ ਕਿਹੜੇ ਗਰੁੱਪ ਜਿਹੜੇ ਇੱਕ ਦੂਜੇ ਨਾਲ ਗੱਠਜੋੜ ਕਰ ਸਕਦੇ ਆ। ਇਹ ਬੜੀ ਲੋਕਾਂ ਦੇ ਵਿੱਚ ਦੁਚਿੱਤੀ ਬਣੀ ਹੋਈ ਹੈ। ਸੋ ਦੋ ਗੱਲਾਂ ਬਹੁਤ ਆਪਣਾ ਕੀਤੀਆਂ ਜਾਂਦੀਆਂ ਨੇ। ਪਹਿਲੀ ਗੱਲ ਇਹ ਕਿ ਜੇ ਕੋਈ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ, ਫਿਰ ਕਿਹੜੀਆਂ ਪਾਰਟੀਆਂ ਨੇ ਜਿਹੜੀਆਂ ਪੋਸਟ ਪੋਲ ਅਲਾਇੰਸ ਕਰਕੇ ਸਰਕਾਰ ਬਣਾ ਸਕਦੀਆਂ ਨੇ। ਪੋਸਟ ਪੋਲ ਅਲਾਇੰਸ ਬਣਦੀਆਂ ਸੰਭਾਵਨਾ ਕੀ ਨੇ, ਇਸ ਗੱਲ ਦੀ ਚਰਚਾ ਵੀ ਬੜੀ ਹੁੰਦੀ ਹੈ ਕਿ ਜਿਵੇਂ ਆਸ ਸੀਗੀ ਕਿ ਕਾਂਗਰਸ ਚੋਂ ਬਹੁਤ ਬੰਦੇ ਛੱਡ ਕੇ ਬੀਜੇਪੀ 'ਚ ਜਾਣਗੇ, ਕਿਉਂਕਿ ਕੈਪਟਨ ਸਾਹਿਬ ਜਿਹੜੇ ਪਹਿਲੇ ਕਾਂਗਰਸ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਬੀਜੇਪੀ ਨਾਲ ਹੱਥ ਮਿਲਾ ਲਿਆ। ਉਸ ਸਕੇਲ ਤੇ ਬੰਦੇ ਕਾਂਗਰਸ ਛੱਡ ਕੇ ਬੀਜੇਪੀ 'ਚ ਨਹੀਂ ਗਏ। ਚਾਹੇ ਬੀਜੇਪੀ ਨੇ ਅਲੱਗ-ਅਲੱਗ ਵਰਗਾਂ ਤੋਂ ਬਹੁਤ ਸਾਰੇ ਲੋਕ ਪਾਰਟੀ ਵਿੱਚ ਸ਼ਾਮਲ ਕਰਵਾਏ ਨੇ, ਪਾਰਟੀ ਇਸ ਗੱਲ ਵਿੱਚ ਸਫਲ ਹੋਈ ਹੈ। ਮਤਲਬ ਜੇ ਦੇਖਿਆ ਜਾਵੇ, ਹਾਰਡਲੀ ਕੋਈ ਵਰਗ ਹੋਏਗਾ ਜਿਸ ਵਰਗ ਤੋਂ ਵਿਅਕਤੀਆਂ ਨੂੰ ਬੀਜੇਪੀ ਵਿੱਚ ਸ਼ਾਮਲ ਨਾ ਕਰਵਾਇਆ। ਪਰੰਤੂ ਕਾਂਗਰਸ ਦੇ ਅੰਦਰੋਂ ਜਿਵੇਂ ਪਹਿਲਾਂ ਸੀਗਾ ਨਾ ਕਿ ਈਡੀ ਨੂੰ ਡਰਾ ਕੇ, ਈਡੀ ਦੀ ਵਰਤੋਂ ਕਰਕੇ ਲੀਡਰਾਂ ਨੂੰ ਡਰਾ ਕੇ ਬੰਦੇ ਕਾਂਗਰਸ ਛੱਡ ਕੇ ਬੀਜੇਪੀ ਜੁਆਇਨ ਕਰਨਗੇ। ਇਹ ਵੀ ਕਿਹਾ ਜਾਂਦਾ ਸੀ ਕਿ ਕੈਪਟਨ ਧੜੇ ਦਾ ਕਾਫੀ ਵੱਡਾ ਹਿੱਸਾ ਬੀਜੇਪੀ ਨਾਲ ਹੱਥ ਮਿਲਾ ਸਕਦਾ। ਉਹ ਨਹੀਂ ਹੋਇਆ। ਇੱਕ ਧਾਰਨਾ ਸੁਖਵਿੰਦਰ ਜੀ ਇਹ ਬਣੀ ਹੈ ਕਿ ਬੀਜੇਪੀ ਨੂੰ ਇਹ ਲੱਗਿਆ ਕਿ ਜੇ ਕਾਂਗਰਸ ਚੋਂ ਕੈਪਟਨ ਧੜੇ ਦੇ ਬੰਦੇ ਛੱਡ ਕੇ ਬੀਜੇਪੀ ਨਾਲ ਹੱਥ ਮਿਲਾ ਲੈਂਦੇ ਨੇ, ਫਿਰ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਦੇ ਜਿੱਤਣ ਦੀ ਸੰਭਾਵਨਾ ਘਟ ਜਾਂਦੀ ਹੈ। ਤੇ ਜੇਕਰ ਕੁਝ ਕੈਪਟਨ ਦੇ ਬੰਦੇ ਅਜੇ ਵੀ ਕੈਪਟਨ ਪ੍ਰਤੀ ਲੋਇਲ ਨੇ ਤੇ ਕੈਪਟਨ ਦੇ ਕਹਿਣ ਤੇ ਉਹ ਦਲ ਬਦਲੀ ਕਰ ਸਕਦੇ ਨੇ, ਫਿਰ ਜਿਹੜੀ ਵਧੀਆ ਵਿਉਂਤਬੰਦੀ ਇਹ ਹੋਏਗੀ ਕਿ ਕਾਂਗਰਸ ਵਿੱਚ ਰਹਿ ਕੇ ਚੋਣਾਂ ਜਿੱਤੋ ਤੇ ਚੋਣਾਂ ਜਿੱਤਣ ਤੋਂ ਬਾਅਦ ਜੇ ਕਿਤੇ ਹੋਰ ਸਰਕਾਰ ਬਣਨ ਦੀ ਸੰਭਾਵਨਾ ਪੈਦਾ ਹੋਵੇ, ਉਧਰ ਜਾ ਕੇ ਹੱਥ ਮਿਲਾ ਲਓ। ਜੇ ਸਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸੌਖੀ ਭਾਸ਼ਾ ਦੇ ਵਿੱਚ ਇੱਕ ਤਰੀਕੇ ਦੇ ਨਾਲ ਤੁਹਾਡੀ ਗੱਲ ਨੂੰ ਰਿਪੀਟ ਕਰਕੇ ਦਰਸ਼ਕਾਂ ਨੂੰ ਸਮਝਾ ਦਿਆਂ। ਬਿਲਕੁਲ ਕਰੋ। ਡਾਕਟਰ ਸਾਹਿਬ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਸ ਤਰੀਕੇ ਦੇ ਨਾਲ, ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਬੀਜੇਪੀ ਨੇ ਹੱਥਕੰਡੇ ਅਪਣਾਏ, ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਲੀਡਰ ਆਪਣੇ ਵਾਲੇ ਪਾਸੇ ਖਿੱਚੇ ਜਾਂ ਕੁਝ ਆਪ ਚਲੇ ਗਏ, ਚਾਹੇ ਉਦਾਹਰਨ ਦੇ ਤੌਰ ਤੇ ਆਪਾਂ ਲੈ ਲਈਏ ਫਤਿਹ ਜੰਗ ਸਿੰਘ ਬਾਜਵਾ, ਉਦਾਹਰਨ ਦੇ ਤੌਰ ਤੇ ਲੈ ਲਈਏ ਹਰਜੋਤ ਕਮਲ, ਅੱਜ ਉਹ ਜਿਹੜੇ ਆ ਬੀਜੇਪੀ ਦੀ ਟਿਕਟ ਤੇ ਚੋਣ ਲੜ ਰਹੇ ਨੇ। ਪਰ
ਉਹਨਾਂ ਦੇ ਜਿੱਤਣ ਦੀ ਸੰਭਾਵਨਾ ਜਿਹੜੀ ਆ ਉਹ ਲੱਗਦੀ ਦਿਖਾਈ ਨਹੀਂ ਦੇ ਰਹੀ। ਉਹ ਜਿੱਤਦੇ ਬੀਜੇਪੀ ਦੇ ਟਿਕਟ ਤੇ ਦਿਖਾਈ ਨਹੀਂ ਦੇ ਰਹੇ। ਹਾਲਾਂਕਿ ਜੇ ਉਹ ਕਾਂਗਰਸ ਦੇ ਵਿੱਚ ਰਹਿੰਦੇ ਸ਼ਾਇਦ ਜਿੱਤ ਜਾਂਦੇ। ਤਾਂ ਬੀਜੇਪੀ ਨੇ ਸੋਚਿਆ ਕਿ ਜਿਹੜੇ ਅਸੀਂ ਲੀਡਰ ਅੱਜ ਪੱਟ ਕੇ ਈਡੀ ਦੇ ਜ਼ੋਰ ਤੇ ਅੱਜ ਲਿਆ ਰਹੇ ਹਾਂ ਤੇ ਸਾਡੇ ਵਾਲੇ ਪਾਸੇ ਆ ਕੇ ਉਹ ਜਿੱਤ ਵੀ ਨਹੀਂ ਰਹੇ ਤੇ ਈਡੀ ਦੇ ਤੌਰ ਤੇ ਬਾਹ ਮਰੋੜ ਕੇ ਅਸੀਂ ਲਿਆਉਣ ਦਾ ਫਾਇਦਾ ਵੀ ਕੋਈ ਨਹੀਂ ਹੋ ਰਿਹਾ, ਕਿਉਂ ਨਾ ਉਹਨਾਂ ਨੂੰ ਹੈ ਤਾਂ ਉਹ ਜਦੋਂ ਵੀ ਬਾਹ ਮਰੋੜੀਏ, ਜੇ ਜਿੱਤਣ ਤੋਂ ਪਹਿਲਾਂ ਆ ਸਕਦੇ ਆ ਬਾਹ ਮਰੋੜਨ ਦੇ ਲਈ ਤੇ ਜਿੱਤਣ ਤੋਂ ਬਾਅਦ ਵੀ ਤਾਂ ਉਹ ਆ ਸਕਦੇ ਜਿੱਥੇ ਮਰਜ਼ੀ ਹੋਣ। ਤੇ ਉਹਨਾਂ ਨੇ ਇਹ ਗੱਲ ਸੋਚੀ ਕਿਉਂ ਨਾ ਇਹਨਾਂ ਲੋਕਾਂ ਨੂੰ ਕਾਂਗਰਸ ਦੇ ਵਿੱਚ ਹੀ ਬਿਠਾ ਕੇ ਚੋਣਾਂ ਜਿਤਾ ਲਈਆਂ ਜਾਣ ਤੇ ਉਸ ਤੋਂ ਬਾਅਦ ਲੋੜ ਮੁਤਾਬਕ ਜਦੋਂ ਜੀ ਕਰੇ ਬਾਹ ਮਰੋੜ ਕੇ ਜਿੱਤੇ ਜਿਤਾਇਆ ਨੂੰ ਆਪਦੇ ਵਾਲੇ ਪਾਸੇ ਲੈ ਆਈਏ। ਇਦਾਂ ਦੀ ਗੱਲ ਕਹਿ ਰਹੇ ਹੋ ਸਰ? ਬਿਲਕੁਲ। ਹੁਣ ਇਦੋਂ ਅੱਗੇ ਤੋਰੀਏ ਆਪਾਂ ਗੱਲ ਨੂੰ, ਜਿਹੜੀ ਤੁਸੀਂ ਗੱਲ ਕਹੀ ਹੈ ਬਿਲਕੁਲ ਠੀਕ ਕਹੀ ਹੈ। ਇਦੋਂ ਅੱਗੇ ਤੋਰੀਏ ਜੀ। ਜਦੋਂ ਅਸੀਂ ਇਹ ਦਲੀਲ ਦੇ ਰਹੇ ਹਾਂ ਕਿ ਇਹ ਸੰਭਵ ਹੈ ਕਿ ਜਿਹੜੇ ਕਾਂਗਰਸ ਦੇ ਅੰਦਰ ਰਹਿ ਕੇ ਜਿੱਤ ਜਾਣ ਤੇ ਉਹ ਅਜੇ ਵੀ ਕੈਪਟਨ ਪ੍ਰਤੀ ਲੋਇਲ ਨੇ, ਤੇ ਬਾਅਦ ਵਿੱਚ ਜੇ ਇਦਾਂ ਦੀ ਸਥਿਤੀ ਪੈਦਾ ਹੋਵੇ ਤੇ ਕਾਂਗਰਸ ਛੱਡ ਕੇ ਬੀਜੇਪੀ ਨਾਲ ਹੱਥ ਮਿਲਾ ਲੈਣ, ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਦੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਨਾ, ਸਾਡੇ ਸਾਹਮਣੇ ਕਈ ਮਿਸਾਲਾਂ ਨੇ। ਆਪਾਂ ਕੋਈ ਮਤਲਬ ਐਸੀ ਗੱਲ ਨਹੀਂ ਕਰ ਰਹੇ ਜਿਹਦਾ ਕੋਈ ਉਦਾਹਰਨ ਹੋਵੇ। ਬੀਜੇਪੀ ਬੰਦੇ ਤੋੜ ਕੇ ਪਾਰਟੀ ਵਿੱਚ ਮਿਲਾਉਣ ਲਈ ਮਾਹਰ ਹੈ। ਬੀਜੇਪੀ ਨੇ ਚੋਣਾਂ ਤੋਂ ਬਾਅਦ ਚੋਣਾਂ ਲੜੀਆਂ, ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਨਹੀਂ ਕੀਤੀ। ਚੋਣਾਂ ਤੋਂ ਬਾਅਦ ਬਾਕੀ ਪਾਰਟੀਆਂ 'ਚੋਂ ਬੰਦੇ ਤੋੜ ਕੇ ਸਰਕਾਰਾਂ ਬਣਾਈਆਂ, ਗੋਆ 'ਚ ਬਣਾਈ, ਮੱਧ ਪ੍ਰਦੇਸ਼ 'ਚ ਬਣਾਈ। ਸੋ ਬੀਜੇਪੀ ਪੰਜਾਬ ਵਿੱਚ ਦੋ ਕਿਸਮ ਦੇ ਪੈਂਤਰੇ ਤੇ ਚੱਲ ਰਹੀ ਹੈ, ਦੋ ਕਿਸਮ ਦੇ ਪੈਂਤਰੇ ਖੇਡ ਰਹੀ ਹੈ। ਇੱਕ ਤਾਂ ਇਹ ਹੈ ਕਿ ਬੀਜੇਪੀ ਨੇ ਐਤਕੀ ਇਹ ਉਪਰਾਲਾ ਕੀਤਾ ਹੈ ਕਿ ਅਕਾਲੀ ਦਲ ਬੀਜੇਪੀ ਅਲਾਇੰਸ ਵਿੱਚੋਂ ਨਿਕਲ ਕੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਆਪਣੇ ਕੈਂਡੀਡੇਟ ਖੜੇ ਕੀਤੇ ਜਾਣ। ਚਾਹੇ ਹਾਰੀਏ ਚਾਹੇ ਜਿੱਤੀਏ, ਸਾਡੀ ਜਿਹੜੀ ਪ੍ਰੈਜ਼ੈਂਸ ਹੈ, ਰਾਜਨੀਤਿਕ ਸਾਡੀ ਹਾਜ਼ਰੀ ਹੈ, ਉਹ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਲੱਗਣੀ ਚਾਹੀਦੀ ਹੈ। ਇਹ ਮਹਿਸੂਸ ਹੋਵੇ ਕਿ ਬੀਜੇਪੀ ਹੁਣ ਕੁਝ ਸੀਟਾਂ ਤੱਕ ਮਹਿਦੂਦ ਨਹੀਂ ਹੈਗੀ। ਬੀਜੇਪੀ ਹੁਣ, ਇਹ ਅਲੱਗ ਗੱਲ ਹੈ ਕਿ ਕੁਝ ਕਾਰਨਾਂ ਕਰਕੇ ਬੀਜੇਪੀ ਨੂੰ ਪੰਜਾਬ ਵਿੱਚ ਉਸ ਕਿਸਮ ਦਾ ਹੰਗਾਰਾ ਨਹੀਂ ਮਿਲ ਰਿਹਾ। ਸਭ ਤੋਂ ਵੱਡਾ ਕਾਰਨ ਇਹ ਹੈ ਜਿਸ ਕਿਸਮ ਦਾ ਰੋਲ ਬੀਜੇਪੀ ਦੀ ਸਰਕਾਰ ਨੇ ਖੇਤੀ ਦੇ 3 ਕਾਨੂੰਨਾਂ ਨੂੰ ਲਿਆ ਕੇ ਪਲੇ ਕੀਤਾ, ਤੇ ਉਹਦੇ ਕਰਕੇ ਪੰਜਾਬ ਵਿੱਚ ਬੀਜੇਪੀ ਨੂੰ ਕੋਈ ਵੱਡਾ ਹੁੰਗਾਰਾ ਨਹੀਂ ਮਿਲ ਰਿਹਾ। ਦੂਜੀ ਗੱਲ, ਪੰਜਾਬ ਦੇ ਅੰਦਰ ਧਰਮਾਂ ਤੇ ਜਾਤਾਂ ਦੀ ਰਾਜਨੀਤੀ ਦਾ ਉਸ ਕਿਸਮ ਦਾ ਰੋਲ ਨਹੀਂ ਹੈਗਾ ਜਿਸ ਕਿਸਮ ਦਾ ਰੋਲ ਧਰਮ ਤੇ ਜਾਤਾਂ ਦਾ ਬਾਕੀ ਸੂਬਿਆਂ ਦੀ ਰਾਜਨੀਤੀ ਵਿੱਚ। ਇਹਨਾਂ ਕਾਰਨਾਂ ਕਰਕੇ ਬੀਜੇਪੀ ਨੂੰ ਵੱਡਾ ਹੁੰਗਾਰਾ ਨਹੀਂ ਪੈ ਰਿਹਾ, ਪਰ ਬੀਜੇਪੀ ਹਰ ਸੰਭਵ ਹੱਥਕੰਡਾ ਵਰਤ ਰਹੀ ਹੈ ਇਹ ਗੱਲ ਨੂੰ ਇਨਸ਼ੋਰ ਕਰਨ ਲਈ ਕਿ ਬੀਜੇਪੀ ਦੀ ਪੋਲੀਟੀਕਲ ਪ੍ਰੈਜ਼ੈਂਸ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ। ਸੋ ਇਸੇ ਸਟ੍ਰੈਟਜੀ ਨੂੰ ਕੰਟੀਨਿਊ ਕਰਦੇ ਹੋਏ ਜੇ ਕੱਲ ਨੂੰ ਕੋਈ ਇੱਕ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੁੰਦਾ, ਫਿਰ ਅਸੀਂ ਇਸ ਸੰਭਾਵਨਾ ਨੂੰ ਰੱਖ ਕੇ ਚੱਲੀਏ ਕਿ ਬੀਜੇਪੀ ਚੋਣਾਂ ਜਿੱਤਣ ਤੋਂ ਬਾਅਦ ਵੀ ਜੋੜ ਤੋੜ ਦੀ ਰਾਜਨੀਤੀ ਕਰ ਸਕਦੀ ਹੈ ਤੇ ਕਾਂਗਰਸ ਦੇ ਅੰਦਰੋਂ ਵੀ ਬੰਦੇ ਟੁੱਟ ਕੇ ਬੀਜੇਪੀ ਵਿੱਚ ਜਾ ਸਕਦੇ ਨੇ। ਸੁਖਵਿੰਦਰ ਸਿੰਘ ਜੀ, ਮੇਰੀ ਅੰਡਰਸਟੈਂਡਿੰਗ ਇਹ ਕਹਿੰਦੀ ਹੈ ਕਿ ਕਾਂਗਰਸ ਜਿਹੜੀ ਹੈ ਨਾ, ਚਲੋ ਮਾੜੀ ਮੋਟੀ ਕਾਂਗਰਸ ਪੰਜਾਬ ਵਿੱਚ ਬਚੀ ਹੋਈ ਸੀਗੀ ਹੁਣ ਤੱਕ, ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੀ ਕਾਂਗਰਸ ਮੁਕਤ ਭਾਰਤ ਦੀ ਗੱਲ ਬੀਜੇਪੀ ਕਰਦੀ ਸੀ ਉਹ ਗੱਲ ਨੇੜੇ ਤੇੜੇ ਪਹੁੰਚ ਜਾਵੇ, ਕਿਉਂਕਿ ਮੈਂ ਜਾਤੀ ਤੌਰ ਤੇ ਮਹਿਸੂਸ ਕਰਦਾ ਜਿਹੜੀਆਂ ਕੱਲ੍ਹ ਦੀਆਂ ਡਿਵੈਲਪਮੈਂਟਸ ਨੇ, ਜਿਹੜੀਆਂ ਡਿਵੈਲਪਮੈਂਟਸ ਨੂੰ ਕਾਂਗਰਸ ਵਾਲੇ ਬਹੁਤ ਵੱਡੀ ਡਿਵੈਲਪਮੈਂਟ ਦੇ ਤੌਰ ਤੇ ਪੇਸ਼ ਕਰ ਰਹੇ ਨੇ। ਰਾਹੁਲ ਗਾਂਧੀ ਦੀ ਤਾਰੀਫ ਦੇ ਸਭ ਤੋਂ ਉੱਤਮ ਫੈਸਲੇ ਦੇ ਤੌਰ ਤੇ ਰਾਹੁਲ ਗਾਂਧੀ ਦੇ ਦੇਖ ਰਹੇ ਨੇ, ਤੇ ਮੈਂ ਉਸ ਡਿਵੈਲਪਮੈਂਟ ਨੂੰ ਇਸ ਤਰ੍ਹਾਂ ਵੇਖਦਾ ਕਿ ਕਾਂਗਰਸ ਸ਼ਾਇਦ ਬਿਲਕੁਲ ਜਿਸ ਕਿਸਮ ਦਾ ਏਜੰਡਾ ਲੈ ਕੇ ਬੀਜੇਪੀ ਚੱਲੀ ਹੈ, ਹੋ ਸਕਦਾ ਉਹ ਏਜੰਡੇ ਦੀ ਪੂਰਤੀ ਵਾਲੀ ਗੱਲ ਹੋ ਜਾਵੇ। ਜਦੋਂ ਮੈਂ ਇਹ ਗੱਲ ਕਰ ਰਿਹਾ ਮੇਰੇ ਮਨ 'ਚ 2-3 ਗੱਲਾਂ ਨੇ। ਪਹਿਲੀ ਗੱਲ, ਰਾਹੁਲ ਗਾਂਧੀ ਆ ਕੇ ਦੇਖੋ ਜੀ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰ ਗਏ ਨੇ। ਰਾਹੁਲ ਗਾਂਧੀ ਨਾ ਤਾਂ ਕਾਂਗਰਸ ਦੇ ਫੁੱਲ ਫਲੈਜਡ ਪ੍ਰਧਾਨ ਨੇ, ਨਾ ਰਾਹੁਲ ਗਾਂਧੀ ਨੇ ਜਿਹੜੀ ਕਿਸਮ ਦੀ ਇੰਟਰਨਲ ਪਾਰਟੀ ਡੈਮੋਕ੍ਰੇਸੀ ਦੀ ਗੱਲ ਕੀਤੀ ਸੀ ਨਾ, ਉਹ ਹੁਣ ਤੱਕ ਕੀਤੀ। ਇੱਕ ਪਰਿਵਾਰ ਪਾਰਟੀ ਨੂੰ ਰਨ ਕਰ ਰਿਹਾ। ਸੂਬੇ ਦੇ ਮੁਲਕ ਦੇ ਬਾਕੀ ਹਿੱਸਿਆਂ ਵਿੱਚੋਂ ਪਾਰਟੀ ਲਗਭਗ ਖਤਮ ਹੋ ਗਈ ਹੈ। ਪੰਜਾਬ ਜਿਹੜੀ ਮਾੜੀ ਮੋਟੀ ਬਚੀ ਹੋਈ ਹੈ, ਉਹ ਜਿਸ ਕਿਸਮ ਦੀਆਂ ਵਿਉਂਤਬੰਦੀਆਂ ਸਟ੍ਰੈਟਜੀਜ਼ ਕਾਂਗਰਸ ਕਰ ਰਹੀਆਂ ਨੇ, ਉਹ ਤੋਂ ਬਾਅਦ ਮੈਨੂੰ ਲੱਗਦਾ ਕਿਉਂਕਿ ਮੈਂ ਤੁਹਾਨੂੰ ਇਹ ਦੱਸਾਂ, ਤੁਸੀਂ ਬੀਜੇਪੀ ਦੇ ਇਤਿਹਾਸ ਤੇ ਝਾਤ ਮਾਰੋ,
ਬੀਜੇਪੀ 2 ਸੀਟਾਂ ਤੋਂ 303 ਤੇ ਕਿਵੇਂ ਪਹੁੰਚੀ। ਬੀਜੇਪੀ, ਚਾਹੇ ਅਸੀਂ ਬੀਜੇਪੀ ਨੂੰ ਹਿੰਦੂਆਂ ਦੀ ਪਾਰਟੀ, ਮਿਡਲ ਕਲਾਸ ਹਿੰਦੂਆਂ ਦੀ ਪਾਰਟੀ ਕਹਿੰਦੇ ਆ, ਪਰ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੋ ਕਿ ਬੀਜੇਪੀ ਨੇ 2 ਤੋਂ 303 ਦਾ ਸਫ਼ਰ ਕਿੱਦਾਂ ਤੈਅ ਕੀਤਾ। ਅਲੱਗ-ਅਲੱਗ ਫਿਰਕਿਆਂ ਦੇ ਲੋਕਾਂ ਨੂੰ ਪਾਰਟੀ ਵਿੱਚ ਜਗ੍ਹਾ ਦੇ ਕੇ ਆਪਣਾ ਸਮਾਜਿਕ ਆਧਾਰ ਐਕਸਪੈਂਡ ਕੀਤਾ। ਸੋ ਬੀਜੇਪੀ ਆਪਣਾ ਸਮਾਜਿਕ ਆਧਾਰ ਐਕਸਪੈਂਡ ਕਰ ਰਹੀ ਹੈ, ਕਾਂਗਰਸ ਆਪਣਾ ਸਮਾਜਿਕ ਆਧਾਰ ਜਿਹੜੀ ਆ ਉਹ ਰਿਡਿਊਸ ਕਰ ਰਹੀ ਹੈ। ਸੋ ਜਿਹੜੀ ਇੱਕ ਫਿਰਕੇ ਤੱਕ ਤੁਸੀਂ ਜਦੋਂ ਆਪਣਾ ਪਾਰਟੀ ਦਾ ਸਮਾਜਿਕ ਆਧਾਰ ਬਿਲਕੁਲ ਸੀਮਿਤ ਕਰ ਦੇਵੋ, ਫਿਰ ਪਾਰਟੀ ਦੇ ਐਕਸਪੈਂਡ ਕਰਨ ਦੀਆਂ ਸੰਭਾਵਨਾਵਾਂ। ਸੋ ਜੇ ਇਹ ਗੱਲ ਹੁੰਦੀ ਹੈ, ਫਿਰ ਪੰਜਾਬ ਵਿੱਚ ਜਿਹੜੇ ਥੋੜੇ ਬਹੁਤੇ ਐਮਐਲਏ ਕਾਂਗਰਸ ਦੇ ਪਲੇਟਫਾਰਮ ਤੋਂ ਜਿੱਤਣਗੇ, ਉਹਨਾਂ ਨੂੰ ਛਾਲ ਮਾਰ ਕੇ ਬਾਕੀ ਪਾਰਟੀਆਂ ਵਿੱਚ, ਖਾਸ ਕਰਕੇ ਬੀਜੇਪੀ ਵਿੱਚ, ਜਿਹੜੀ ਕਿ ਬੀਜੇਪੀ ਇਸ ਵੇਲੇ ਮੁਲਕ ਦੀ ਸਭ ਤੋਂ ਵੱਡੀ ਪਾਰਟੀ ਹੈ, ਤਾਂ ਇਹ ਗੱਲ ਸੰਭਵ ਹੈ। ਦੂਜੀ ਚੀਜ਼, ਹਾਂ ਜੀ, ਤੁਸੀਂ ਗੱਲ ਪੂਰੀ ਕਰੋ ਜੀ। ਦੂਜੀ ਸੁਖਵਿੰਦਰ, ਇਹ ਵੀ ਗੱਲ ਬਿਲਕੁਲ ਸੰਭਵ ਹੈ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਹੋਣ ਵਾਲੀਆਂ ਡਿਵੈਲਪਮੈਂਟਸ ਤੋਂ ਬਾਅਦ ਕਾਂਗਰਸ ਦਾ ਗ੍ਰਾਫ ਘਟੇਗਾ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਵਧੇਗਾ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜਿਹੜੀ ਜੱਟ ਸਿੱਖ ਪੀਜੈਂਟਰੀ ਵਾਲਾ ਕਾਂਗਰਸ ਦਾ ਆਧਾਰ ਹੈ, ਜੇ ਉਹ ਟੁੱਟਦਾ, ਉਹਦੇ ਚੋਂ ਕੁਝ ਪੋਰਸ਼ਨ ਅਕਾਲੀ ਦਲ ਵਿੱਚ ਜਾ ਸਕਦਾ, ਉਹਦਾ ਕੁਝ ਹਿੱਸਾ ਆਮ ਆਦਮੀ ਪਾਰਟੀ ਵਿੱਚ ਜਾ ਸਕਦਾ। ਇਹ ਨਹੀਂ ਪਤਾ ਕਿੰਨਾ ਕਿੱਧਰ ਜਾਏਗਾ, ਪਰ ਦੋਨੋਂ ਸੰਭਾਵਨਾ ਬਰਕਰਾਰ ਨੇ। ਸੋ ਜੇ ਕਾਂਗਰਸ ਬਹੁਤ ਸਾਰੇ ਕਾਂਗਰਸੀ ਗੱਲ ਇਹ ਵੀ ਕਹਿਣਗੇ ਕਿ ਇਦਾਂ ਕਿੱਦਾਂ ਹੋ ਜਾਏਗਾ, ਇਹ ਉਦਾਂ ਹੀ ਹੋ ਜਾਏਗਾ ਜਿੱਦਾਂ ਤੁਸੀਂ ਦਲਿਤ ਚਿਹਰੇ ਦੇ ਤੌਰ ਤੇ ਕਾਰਡ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ। ਇਦਾਂ ਹੋ ਜਾਏਗਾ। ਜਵਾਬ ਇਹ ਹੈ ਜੀ ਸੁਖਵਿੰਦਰ ਸਿੰਘ ਜੀ, ਜਵਾਬ ਇਹ ਹੈ, ਜਦੋਂ ਤੁਸੀਂ ਸਭ ਤੋਂ ਕਾਮਯਾਬ ਪਾਰਟੀਆਂ ਹਿੰਦੁਸਤਾਨ ਦੀਆਂ ਕਿਹੜੀਆਂ ਰਹੀਆਂ? ਉਹ ਰਹੀਆਂ ਜਿਹੜੀ ਪਾਰਟੀਆਂ ਹਿੰਦੁਸਤਾਨ ਵਰਗੇ ਭਿੰਨਤਾ ਵਾਲੇ ਮੁਲਕ ਵਿੱਚ ਅਲੱਗ-ਅਲੱਗ ਜਾਤਾਂ, ਅਲੱਗ-ਅਲੱਗ ਧਰਮਾਂ, ਅਲੱਗ-ਅਲੱਗ ਵਰਗਾਂ ਨੂੰ ਪਾਰਟੀ ਦੇ ਅੰਦਰ ਸਮਾਉਣ ਦੀ ਸਮਰੱਥਾ ਰੱਖਦੀਆਂ ਸੀ। ਜਿਹੜੀਆਂ ਪਾਰਟੀਆਂ ਇੱਕ ਫਿਰਕੇ ਤੱਕ ਰਹਿ ਗਈਆਂ, ਉਹ ਕਾਮਯਾਬ ਨਹੀਂ ਹੋ ਸਕੀਆਂ। ਸੋ ਕਾਂਗਰਸ ਦਾ ਜਿਹੜਾ ਬੀਜੇਪੀ ਦਾ ਗ੍ਰਾਫ ਵਧਿਆ ਤੇ ਕਾਂਗਰਸ ਦਾ ਟੁੱਟਿਆ, ਉਹਦੇ ਕਾਰਨ ਇੱਕੋ ਹੀ ਨੇ। ਜਿਹੜੇ ਅਲੱਗ-ਅਲੱਗ ਵਰਗਾਂ ਦੇ ਲੋਕ ਕਿਸੇ ਸਮੇਂ ਵਿੱਚ ਕਾਂਗਰਸ ਦਾ ਆਪਣੇ ਸਮਾਜਿਕ ਆਧਾਰ ਹੁੰਦੇ ਸੀਗੇ, ਉਹਦੇ ਚੋਂ ਬਹੁਤੇ ਲੋਕ ਟੁੱਟ ਕੇ ਬੀਜੇਪੀ ਵੱਲ ਚਲੇ ਗਏ ਨੇ। ਸੋ ਉਹ ਪਾਰਟੀਆਂ ਕਾਮਯਾਬ ਹੁੰਦੀਆਂ ਨੇ ਜਿਹੜੀਆਂ। ਖਤਰੇ ਦੀ ਆਪਾਂ ਗੱਲ ਕੀਤੀ ਹੈ, ਜਿਹੜੇ ਹੱਥਕੰਡੇ ਦੀ ਬੀਜੇਪੀ ਦੀ ਆਪਾਂ ਗੱਲ ਕੀਤੀ ਹੈ ਕਿ ਪਹਿਲਾਂ ਜਿਹੜੇ ਚਿਹਰਿਆਂ ਨੂੰ ਬਾਂਹ ਮਰੋੜ ਕੇ ਬੀਜੇਪੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਸੀ, ਹੁਣ ਬੀਜੇਪੀ ਨੇ ਪਲਾਨ ਚੇਂਜ ਕਰਕੇ ਸ਼ਾਇਦ ਇਹ ਸੋਚਿਆ ਕਿ ਜਿੱਤਣ ਤੋਂ ਬਾਅਦ ਲੈ ਕੇ ਆਈਏ। ਇਸ ਪਲਾਨ ਨੂੰ ਬੀਜੇਪੀ ਦੇ ਨੂੰ ਨਵਜੋਤ ਸਿੰਘ ਸਿੱਧੂ ਫੇਲ ਕਰ ਸਕਦੇ ਸੀ। ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਮੰਨੀ ਹੁੰਦੀ, ਉਹ ਕਿਹੜੀ ਗੱਲ ਮੰਨੀ ਹੁੰਦੀ? ਉਹ ਇਹ ਗੱਲ ਮੰਨੀ ਹੁੰਦੀ ਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਹੀ ਰੌਲਾ ਪਾ ਰਿਹਾ ਸੀ ਕਿ ਪੰਜਾਬ ਦੇ 25 ਤੋਂ 30 ਮੰਤਰੀ ਤੇ ਵਿਧਾਇਕਾਂ ਦੀਆਂ ਟਿਕਟਾਂ ਜਿਹੜੀਆਂ ਕੱਟ ਦਿਓ, ਨਵੇਂ ਚਿਹਰੇ ਲੈ ਆਓ ਜਿਨ੍ਹਾਂ ਦੀ ਬਾਂਹ ਨਾ ਮਰੋੜੀ ਜਾ ਸਕੇ। ਤੇ 25 ਤੋਂ 30 ਕਿਹੜੇ ਵਿਧਾਇਕਾਂ ਦੇ ਮੰਤਰੀਆਂ ਦੀ ਗੱਲ ਕਰਦੇ ਸੀ? ਜਿਨ੍ਹਾਂ ਦੀ ਈਡੀ ਦੁਆਰਾ ਬਾਂਹ ਮਰੋੜੀ ਜਾ ਸਕਦੀ ਸੀ, ਜਿਹੜੇ ਕਰਪਸ਼ਨ ਦੇ ਵਿੱਚ ਲਿਪਤ ਸੀ, ਜਿਨ੍ਹਾਂ ਨੇ ਮਾਫੀਆ ਦੱਬ ਕੇ ਚਲਾਇਆ, ਜਿਹੜੇ ਜਿੱਤਣ ਦੇ ਯੋਗ ਵੀ ਨਹੀਂ ਸੀ। ਤਾਂ ਉਹਨਾਂ ਨੇ ਕਿਹਾ ਸੀ ਕਿ ਦਾਗੀ ਚਿਹਰਿਆਂ ਨੂੰ ਟਿਕਟਾਂ ਨਾ ਦੇ ਕੇ ਨਵੇਂ ਤੇ ਸਾਫ਼ ਸੁਥਰੇ ਚਿਹਰੇ ਨੂੰ ਅੱਗੇ ਲੈ ਕੇ ਆਓ। ਤੇ ਜੇ ਉਹ ਲੈ ਆਉਂਦੇ ਤਾਂ ਜਿੱਤਣ ਦੇ ਚਾਂਸਸ ਵੀ ਵੱਧਦੇ ਸੀ, ਔਰ ਜੇ ਜਿੱਤ ਵੀ ਜਾਂਦੇ ਤਾਂ ਇਹ ਤਾਂ ਨਹੀਂ ਨਾ ਸੀ ਕਿ ਈਡੀ ਬਾਂਹ ਮਰੋੜ ਕੇ ਲੈ ਜਾਂਦੀ। ਇਸ ਖਤਰੇ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦੀ ਇਸ ਗੱਲ ਦੇ ਨਾਲ ਟਲਿਆ ਜਾ ਸਕਦਾ ਸੀ ਡਾਕਟਰ ਸਾਹਿਬ? ਨਹੀਂ, ਤੁਸੀਂ ਦੇਖੋ ਨਾ, ਕਾਂਗਰਸ ਤੇ ਆਪ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਇਸ ਕਿਸਮ ਦੀ ਸੋਚ ਨਾਲ ਕਾਂਗਰਸ ਨੇ ਪੰਜਾਬ ਵਿੱਚ ਸ਼ੁਰੂਆਤ ਕੀਤੀ। ਜਦੋਂ 3 ਬੰਦਿਆਂ ਨੂੰ ਲੈ ਕੇ ਕਿਹਾ ਨਾ ਕਿ ਅਸੀਂ 3 ਬੰਦਿਆਂ ਨੂੰ ਲੈ ਕੇ ਚੋਣ ਲੜਾਂਗੇ, ਇਸ ਕਿਸਮ ਦੀ ਸੋਚ ਸੀਗੀ ਕਿ ਜੇ ਕਾਂਗਰਸ ਨੇ ਚੋਣ ਜਿੱਤਣੀ ਆ, 2-3 ਗੱਲਾਂ ਬੜੀਆਂ ਅਹਿਮ ਨੇ। ਪਹਿਲੀ ਗੱਲ, ਜਿਹੜੀ ਪੰਜਾਬ ਦੇ ਸਮਾਜਿਕ ਆਧਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦੇ ਜਿਹੜੇ ਅਲੱਗ-ਅਲੱਗ ਵਰਗਾਂ ਦੇ ਲੋਕ ਨੇ, ਉਹ ਕਾਂਗਰਸ ਵਿੱਚ ਉਹਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਦਿਵਾਇਆ ਜਾਵੇ, ਜਿਹਦੇ ਲਈ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਤੇ ਜਾਖੜ ਸਾਹਿਬ ਦਾ ਨਾਂ ਲਿਆ ਗਿਆ। ਪਹਿਲੇ ਫੇਜ਼ ਤੇ ਜਾਖੜ ਸਾਹਿਬ ਟੁੱਟ ਗਏ, ਦੂਜੇ ਫੇਜ਼ ਤੇ ਨਵਜੋਤ ਸਿੰਘ ਸਿੱਧੂ ਨੂੰ ਤੋੜਤਾ। ਤਾਂ ਫਿਰ ਜਿਹੜੀ ਸੋਸ਼ਲ ਕੋਲੀਸ਼ਨ ਦੀ ਗੱਲ ਲੈ ਕੇ ਇਹ ਚੱਲੇ ਸੀ, ਉਹ ਕਿੱਥੇ ਗਈ? ਸੋ ਬਿਲਕੁਲ। ਅੱਛਾ, ਅਗਲੀ ਗੱਲ ਜਿਹੜੀ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਕਰਦੇ ਹੋ, ਆਪਾਂ ਕੱਲ ਕਹਿ ਚੁੱਕੇ ਹਾਂ ਵੀ ਜੇ ਇੱਕ ਨਿਵੇਕਲੀ ਰਾਜਨੀਤੀ, ਇੱਕ ਅਲੱਗ ਦਿੱਖ ਵਾਲੀ ਰਾਜਨੀਤੀ
ਕੋਈ ਨਵੀਂ ਕਿਸਮ ਦੀ ਰਾਜਨੀਤੀ ਕਾਂਗਰਸ ਨੇ ਨਹੀਂ ਕਰਨੀ, ਫਿਰ ਕਾਂਗਰਸ ਦਾ ਪਤਨ ਤਾਂ ਮੁਲਕ ਵਿੱਚ ਹੋ ਗਿਆ, ਪੰਜਾਬ ਵਿੱਚ ਵੀ ਹੋ ਜਾਏਗਾ। ਸੋ ਪੰਜਾਬ ਵਿੱਚ ਕਾਂਗਰਸ ਜਿੰਦਾ ਇੱਕੋ ਸੂਰਤ ਵਿੱਚ ਰਹਿ ਸਕਦੀ ਸੀਗੀ ਜੇਕਰ ਕਾਂਗਰਸ ਪੰਜਾਬ ਵਿੱਚ ਕੁਝ ਅਲੱਗ ਕਰਦੀ। ਜਿਹੜਾ ਕਾਂਗਰਸ ਦੇ ਅੰਦਰ ਅਲੱਗ ਕਰਨ ਵਾਲੇ ਲੋਕ ਸੀ ਉਹ ਤਾਂ ਹਾਸ਼ੀਏ ਤੇ ਚਲੇ ਗਏ, ਤੇ ਜਿਹੜੀ ਰਵਾਇਤੀ ਕਿਸਮ ਦੀ ਰਾਜਨੀਤੀ ਸੀ ਉਹ ਸ਼ੁਰੂ ਕਰਤੀ। ਸੋ ਬਿਲਕੁਲ ਇਹ ਗੱਲਾਂ ਨੂੰ ਛੱਡ ਕੇ ਕਾਂਗਰਸ ਦਾ, ਇਹੀ ਤਾਂ ਮੈਂ ਹੁਣ ਕਹਿ ਰਿਹਾ ਕਿ ਹੁਣ ਜਦੋਂ ਕਾਂਗਰਸ ਇਸ ਰਾਹ ਪੈ ਗਈ ਹੈ, ਜਿਹੜਾ ਕਾਂਗਰਸ ਦਾ ਨੁਕਸਾਨ ਹੋਏਗਾ ਉਹ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ ਗੇਨ ਹੋ ਸਕਦਾ। ਇੱਕ ਸੰਭਾਵਨਾ ਤੋਂ ਅਸੀਂ ਹੋਰ ਵੀ ਇਨਕਾਰ ਨਹੀਂ ਕਰ ਸਕਦੇ। ਦੇਖੋ, ਚਾਹੇ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਪੰਜਾਬ ਦਾ ਜਿਹੜਾ ਵਰਡਿਕਟ ਹੈ ਉਹ ਡਿਸਾਈਸਿਵ ਹੋ ਕੇ ਕਿਸੇ ਇੱਕ ਪਾਰਟੀ ਵੱਲ ਤੁਰ ਜਾਵੇ, ਪਰੰਤੂ ਸੰਭਾਵਨਾ ਇਹ ਵੀ ਰਹਿ ਸਕਦੀ ਹੈ, ਜਿਸ ਕਿਸਮ ਦੀ ਇਸ ਵਾਰ 5 ਕੋਣਾ ਮੁਕਾਬਲਾ ਹੈਗਾ, ਇੱਕ ਸੰਭਾਵਨਾ ਇਹ ਵੀ ਰਹਿ ਸਕਦੀ ਹੈ ਕਿ ਅਕਾਲੀ ਦਲ ਤੇ ਬੀਜੇਪੀ ਜੇ ਇਹੋ ਜਿਹੀ ਸਥਿਤੀ ਵਿੱਚ ਹੋਣ ਕਿ ਅਲਾਇੰਸ ਕਰਕੇ ਸਰਕਾਰ ਬਣਾਈ ਜਾ ਸਕੇ, ਫਿਰ ਮੈਂ ਤੁਹਾਡੇ ਚੈਨਲ ਤੇ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਅਕਾਲੀ ਦਲ ਬੀਜੇਪੀ ਪੋਸਟ ਪੋਲ ਅਲਾਇੰਸ ਕਰਨ ਤੋਂ ਨਹੀਂ ਝਿਜਕਣਗੇ, ਕਿਉਂਕਿ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਸਮਾਜਿਕ ਆਧਾਰ ਹੈ ਨਾ, ਉਹ ਇੱਕ ਦੂਜੇ ਨੂੰ ਕੰਪਲੀਮੈਂਟ ਕਰਦਾ ਹੈ। ਕਿਸੇ ਕਾਰਨਾਂ ਕਰਕੇ ਉਹਨਾਂ ਦਾ ਅਲਾਇੰਸ ਨਹੀਂ ਹੋ ਸਕਿਆ, ਜਿਹੜੇ ਕਾਰਨਾਂ ਕਰਕੇ ਅਲਾਇੰਸ ਨਹੀਂ ਹੋ ਸਕਿਆ ਆਪਾਂ ਨੂੰ ਪਤਾ, ਪਰੰਤੂ ਪੋਸਟ ਪੋਲ ਅਲਾਇੰਸ ਕਰਨ ਲਈ ਬੀਜੇਪੀ ਤੇ ਅਕਾਲੀ ਦਲ ਨੂੰ ਕੋਈ ਬਹੁਤ ਵੱਡੀ ਝਿਜਕ ਨਹੀਂ ਹੋਏਗੀ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਬੀਜੇਪੀ ਨਾਲ ਅਲਾਇੰਸ ਕਰਨ ਲੱਗਿਆ ਕੋਈ ਝਿਜਕ ਹੋ ਸਕਦੀ ਹੈ, ਅਕਾਲੀ ਦਲ ਨੂੰ ਬੀਜੇਪੀ ਨਾਲ ਅਲਾਇੰਸ ਕਰਨ ਲੱਗਿਆ ਕੋਈ ਬਹੁਤੀ ਵੱਡੀ ਝਿਜਕ ਨਹੀਂ ਹੋਏਗੀ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦਾ ਰੁਝਾਨ ਕਿਸੇ ਇੱਕ ਪਾਰਟੀ ਵੱਲ ਜਾ ਕੇ ਚੋਣਾਂ ਨੂੰ ਡਿਸਾਈਸਿਵ ਨਹੀਂ ਬਣਾਉਂਦਾ, ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ, ਫਿਰ ਇਸ ਕਿਸਮ ਦੇ ਅਲਾਇੰਸ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰੰਤੂ ਜਿਹੜੀ ਤੁਸੀਂ ਬੀਜੇਪੀ ਦੀ ਗੱਲ ਤੋਂ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ, ਬੀਜੇਪੀ ਹਰ ਹੀਲਾ ਵਸੀਲਾ ਵਰਤ ਕੇ ਆਪਣੇ ਆਪ ਨੂੰ ਪੰਜਾਬ ਬੇਸਡ ਪਾਰਟੀ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੀ ਹੈ। ਪੁਰਾਣਾ ਜਿਹੜਾ ਇਹਨਾਂ ਦਾ ਜਿਹੜਾ ਹੈਗਾ ਨਾ ਵਿਰਸਾ ਵੀ ਅਕਾਲੀ ਦਲ ਦਾ ਅਲਾਇੰਸ ਨਾਲ ਮਿਲ ਕੇ ਹੀ ਬੀਜੇਪੀ ਸਰਕਾਰਾਂ ਦਾ ਹਿੱਸਾ ਰਹਿੰਦੀ ਰਹੀ ਹੈ ਤੇ ਅਰਬਨ ਬੇਸਡ ਪਾਰਟੀ ਹੈ, ਜਿਹੜਾ ਇਹ ਟੈਗ ਹੈ ਨਾ ਬੀਜੇਪੀ ਦਾ ਕਿ ਬੀਜੇਪੀ ਪੰਜਾਬ ਵਿੱਚ ਅਰਬਨ ਬੇਸਡ ਪਾਰਟੀ ਆ, ਉਹ ਤੋੜ ਕੇ ਬੀਜੇਪੀ ਆਪਣੀ ਜਿਹੜੀ ਪੋਲੀਟੀਕਲ ਪ੍ਰੈਜ਼ੈਂਸ ਹੈ ਸਾਰੇ ਪੰਜਾਬ ਵਿੱਚ ਸ਼ੋਅ ਕਰਨਾ ਚਾਹੁੰਦੇ ਨੇ। ਇਸੇ ਕਰਕੇ ਬੰਦੇ ਤੋੜੇ। ਮਜ਼ਬੂਤੀ ਵਾਲੀ ਜਿਹੜੀ ਦਮਨ ਚੰਦ ਬਾਜਵਾ ਸੀ ਸੁਨਾਮ ਤੋਂ, ਜਿਹਦੀ ਕਾਂਗਰਸ ਨੇ ਟਿਕਟ ਕੱਟਦੀ, ਉਹਨੂੰ ਵੀ ਜਿਹੜਾ ਹੈਗਾ ਲੈ ਗਈ ਬੀਜੇਪੀ ਆਪਣੇ ਦੇ ਵਿੱਚ। ਉਹ ਕਾਫੀ ਮਜ਼ਬੂਤ ਯੂਥ ਲੀਡਰ ਸੀਗੀ, ਉਹਨੂੰ ਇਹ ਤਰੀਕੇ ਨਹੀਂ ਕਿਹਾ ਜਾ ਸਕਦਾ ਕਿ ਉਹ ਮਾੜੀ ਲੀਡਰ ਸੀ, ਉਹ ਕਾਫੀ ਮਜ਼ਬੂਤ ਸੁਨਾਮ ਦੇ ਵਿੱਚ ਦਮਨ ਚੰਦ ਬਾਜਵਾ ਜਿਹੜੀ ਮਜ਼ਬੂਤ ਲੀਡਰ ਸੀ। ਤਾਂ ਉੱਥੇ ਸੁਖਵਿੰਦਰ ਬਿੰਦਰਾ ਜਿਹੜੇ ਨੇ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਜਿਹੜੇ ਕਾਂਗਰਸ ਦੇ ਰਹੇ, ਉਹ ਵੀ ਮੇਰੇ ਖਿਆਲ 'ਚ ਜਿਹੜੇ ਉੱਧਰ ਚਲੇ ਗਏ, ਉਹ ਵੀ ਬੈਠੇ ਤਸਵੀਰਾਂ ਦੇ ਵਿੱਚ ਜਿਹੜੇ ਦਿਖਾਈ ਦੇ ਰਹੇ ਸੀ। ਤੇ ਨਾਲ ਹੀ ਨਾਲ ਡਿਵੈਲਪਮੈਂਟ ਜਿਹੜੀ ਰਾਮ ਰਹੀਮ ਵਾਲੀ ਹੋਈ ਹੈ, ਡਾਕਟਰ ਸਾਹਿਬ ਕਿਸ ਤਰੀਕੇ ਦੇ ਹੱਥ ਕੰਡੇ ਤੁਸੀਂ ਦੇਖਦੇ ਹੋ? ਕਾਂਗਰਸ ਦੀ ਬਗਾਵਤ ਹਾਲੇ ਵੀ ਲਗਾਤਾਰ ਜਾਰੀ ਹੈ ਤੇ ਟਿਕਟਾਂ ਦੀ ਵੰਡ ਬੇਸ਼ੱਕ ਹੋ ਗਈ, ਕੁਝ ਦਿਨ ਰਹਿ ਗਏ ਨੇ ਜਿੱਥੇ ਕਾਂਗਰਸ ਨੇ ਆਪਦਾ ਪ੍ਰਧਾਨ ਵੀ ਇੱਕ ਤਰੀਕੇ ਨਾਲ, ਜੇ ਆਪਾਂ ਕਹਿ ਲਈਏ ਕਿ ਬੇਸ਼ੱਕ ਉਹ ਜ਼ਬਾਨ ਤੋਂ ਨਹੀਂ ਕਹਿੰਦੇ, ਪਰ ਲੋਕ ਸਭ ਜਾਣਦੇ ਆ ਕਿ ਪ੍ਰਧਾਨ ਤੇ ਸੀਐਮ ਦੇ ਵਿਚਾਲੇ ਕੀ ਕੁਝ ਗੱਲਬਾਤ ਹੈ, ਐਲਾਨ ਤੋਂ ਬਾਅਦ ਕੀ ਕੁਝ ਗੱਲਬਾਤ ਹੈ। ਕਾਂਗਰਸ ਦੀ ਬਗਾਵਤ ਤੇ ਰਾਮ ਰਹੀਮ ਦੀ ਪੈਰੋਲ ਨੂੰ ਤੁਸੀਂ ਜੋੜ ਕੇ ਕਿਵੇਂ ਦੇਖਦੇ ਹੋ? ਬੀਜੇਪੀ ਜਿਸ ਤਰੀਕੇ ਦੇ ਹੱਥ ਕੰਡੇ ਅਪਣਾ ਰਹੀ ਹੈ, ਕਾਂਗਰਸ ਨੂੰ ਕਿੰਨਾ ਕੁ ਨੁਕਸਾਨ, ਤੇ ਬੀਜੇਪੀ ਬੇਸ਼ੱਕ ਬੀਜੇਪੀ ਨੂੰ ਕੋਈ ਬਹੁਤਾ ਜ਼ਿਆਦਾ ਫਾਇਦਾ ਨਾ ਹੋਵੇ ਪਰ ਫਾਇਦੇ ਵੱਲ ਜ਼ਰੂਰ। ਦੇਖੋ, ਗੱਲ ਇਹ ਹੈ ਕਿ ਚਾਹੇ ਆਮ ਧਾਰਨਾ ਇਹ ਹੈ ਕਿ ਜਿਸ ਪਾਰਟੀ ਨੂੰ ਡੇਰੇ ਦਾ ਸਮਰਥਨ ਮਿਲਿਆ ਉਹ ਪਾਰਟੀ ਪਿਛਲੇ ਸਮਿਆਂ ਵਿੱਚ ਹਮੇਸ਼ਾ ਹਾਰੀ ਹੈ, ਚਾਹੇ 2007 ਹੋਵੇ, 12 ਹੋਵੇ, 17 ਹੋਵੇ। ਪਰੰਤੂ ਫਿਰ ਵੀ ਮੈਂ ਇਹ ਕਹਾਂਗਾ ਕਿ ਡੇਰੇ ਦੀ ਬਹੁਤ ਵੱਡੀ ਪ੍ਰੈਜ਼ੈਂਸ ਹੈਗੀ ਆ, ਖਾਸ ਕਰਕੇ ਜਿਹੜੇ ਪੰਜਾਬ ਦੇ ਹਰਿਆਣੇ ਨਾਲ ਲੱਗਦੇ ਜ਼ਿਲ੍ਹੇ ਨੇ, ਮਾਲਵੇ ਦਾ ਜਿਹੜਾ ਪਰਲਾ ਹਿੱਸਾ ਹੈਗਾ ਉਹਦੇ 'ਚ ਬਹੁਤ ਵੱਡੀ ਪ੍ਰੈਜ਼ੈਂਸ ਹੈ। ਹੁਣ ਜਦੋਂ ਨਾ ਪੰਜਾਬ ਵਿੱਚ 5 ਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿੱਥੇ ਸਾਨੂੰ ਲੱਗਦਾ ਹੈ ਕਿ ਜਿਹੜੇ ਵਿਧਾਇਕ ਨੇ ਉਹ 2-2 ਹਜ਼ਾਰ ਦੇ ਵੋਟਾਂ ਦੇ ਫਰਕ ਨਾਲ ਜਿੱਤਣਗੇ, ਜਿੱਤ ਦਾ ਫਰਕ ਬਹੁਤ ਘੱਟ ਰਹੇਗਾ, ਉਹਨਾਂ ਹਾਲਾਤਾਂ ਵਿੱਚ ਜੇ ਆਪਾਂ ਧਿਆਨ ਨਾਲ ਵੇਖੀਏ ਨਾ ਸੁਖਵਿੰਦਰ ਜੀ, ਡੇਰੇ ਦੀਆਂ ਵੋਟਾਂ ਬੜੀਆਂ ਮਹੱਤਵਪੂਰਨ ਨੇ। ਪਹਿਲਾ ਇਹ ਠੀਕ ਹੈ, ਪਿਛਲੀਆਂ 3 ਚੋਣਾਂ ਦੀ ਜੇ ਆਪਾਂ ਗੱਲ ਕਰੀਏ ਨਾ ਕਿ ਫਿਰ ਉਹਦੇ 'ਚ ਡੇਰੇ ਦੀ
ਚਰਚਾ ਬਹੁਤ ਹੁੰਦੀ ਰਹੀ ਹੈ, ਪਰ ਡੇਰਾ ਕਿਸੇ ਇੱਕ ਪਾਰਟੀ, ਜਿਹੜੇ ਪਾਰਟੀ ਨੂੰ ਡੇਰੇ ਨੇ ਸਮਰਥਨ ਦਿੱਤਾ ਉਹ ਜਿਤਾ ਨਹੀਂ ਸਕਿਆ ਆਪਣੀ ਮਨਪਸੰਦ ਪਾਰਟੀ ਨੂੰ। ਪਰੰਤੂ ਇਸ ਵਾਰ ਜੇ ਧਿਆਨ ਨਾਲ ਵੇਖੀਏ ਹਾਲਾਤ ਥੋੜੇ ਜਿਹੇ ਅਲੱਗ ਨੇ, ਥੋੜੇ ਜਿਹੇ ਨਹੀਂ ਕਾਫੀ ਅਲੱਗ ਨੇ। ਕਿਉਂ ਅਲੱਗ ਨੇ? 5 ਕੋਣੇ ਮੁਕਾਬਲੇ ਵਿੱਚ ਜਿੱਥੇ SSM ਵੀ ਤੁਰੀ ਫਿਰਦੀ ਹੈ, ਜਿਹੜੀਆਂ ਵੀ ਵੋਟਾਂ SSM ਨੇ ਤੋੜਨੀਆਂ ਨੇ ਉਹ ਪੀਜੈਂਟਰੀ ਵਾਲੀਆਂ ਤੋੜਨੀਆਂ ਨੇ। ਸੋ ਇਹਨਾਂ ਹਾਲਾਤਾਂ ਵਿੱਚ ਜਦੋਂ 5 ਕੋਣਾ ਮੁਕਾਬਲਾ ਹੋਣ ਜਾ ਰਿਹਾ, 3 ਪਾਰਟੀਆਂ ਦਾ ਮੁਕਾਬਲਾ ਬੜਾ ਕਲੋਜ਼ ਹੋਣ ਜਾ ਰਿਹਾ, ਤੇ ਫੇਰ ਨਾ ਡੇਰੇ ਦੀਆਂ ਵੋਟਾਂ ਦਾ ਇੱਕ ਆਪਣਾ ਮਹੱਤਵ ਹੈ। ਸੋ ਗੱਲ ਤਾਂ ਸਾਫ਼ ਨਜ਼ਰ ਆਉਂਦੀ ਹੈ ਕਿ ਕਿਹੜੀ ਪਾਰਟੀ ਨੇ ਇਸ ਗੱਲ ਲਈ ਰੋਲ ਪਲੇ ਕੀਤਾ ਹੋਣਾ ਕਿ ਡੇਰਾ ਚੀਫ ਨੂੰ ਫਰਲੋ ਸ਼ਬਦ ਹੈ, ਪਰੋਲ ਨਹੀਂ ਹੈਗਾ, ਪਰੋਲ ਹੋਰ ਹੁੰਦੀ ਹੈ, ਫਰਲੋ। ਡੇਰਾ ਚੀਫ ਨੂੰ ਫਰਲੋ ਤੇ ਭੇਜਿਆ ਗਿਆ। 3 ਹਫ਼ਤੇ ਉਹ ਆਪਣੇ ਜਿਹੜੇ ਹੈਗੇ ਆ ਜੀ ਆਪਣੇ ਫੋਲੋਅਰਸ ਨਾਲ ਰਹਿਣ, ਆਪਣੇ ਪਰਿਵਾਰ ਨਾਲ ਰਹਿਣ ਤੇ ਆਪਣਾ ਡਿਸਾਈਸਿਵ ਰੋਲ ਪਲੇ ਕਰਨ। ਸੋ ਇਹ ਗੱਲ ਨਜ਼ਰ ਆਉਂਦੀ ਹੈ। ਜੇਕਰ BJP ਇਹਨਾਂ ਕੰਮਾਂ ਲਈ ਜਾਣੀ ਜਾਂਦੀ ਹੈ, ਕਿਹੜੇ ਕੰਮਾਂ ਲਈ? ਹਰ ਹੀਲਾ ਵਸੀਲਾ ਵਰਤ ਕੇ ਸਰਕਾਰਾਂ ਬਣਾਉਣ ਦੀ ਜਾਚ BJP ਤੋਂ ਵੱਧ ਕਿਸੇ ਨੂੰ ਨਹੀਂ ਹੈਗੀ। ਫਿਰ BJP ਡੇਰਾ ਚੀਫ, ਜਿਹਦੀ ਚਰਚਾ ਬਹੁਤ ਪੰਜਾਬ ਵਿੱਚ ਹੁੰਦੀ ਰਹਿੰਦੀ ਹੈ ਕਿ ਡੇਰਾ ਚੀਫ ਦਾ ਬਹੁਤ ਵੱਡਾ ਪ੍ਰਭਾਵ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ, ਫਿਰ ਇਹ ਗੱਲ ਬਿਲਕੁਲ ਦਲੀਲ ਵਾਲੀ ਲੱਗਦੀ ਹੈ। ਇਸ ਗੱਲ 'ਚ ਵਜਨ ਹੈਗਾ ਕਿ ਡੇਰਾ ਚੀਫ ਦੀ ਫਰਲੋ ਦਾ ਪੰਜਾਬ ਦੀ ਇਲੈਕਸ਼ਨ ਨਾਲ ਰਿਸ਼ਤਾ ਹੋਵੇ। ਕੀ ਰਿਸ਼ਤਾ ਹੋਵੇ? ਕਿ ਡੇਰਾ ਚੀਫ ਦੀਆਂ ਸੇਵਾਵਾਂ ਵਰਤ ਕੇ ਜਿਹੜੀ ਪਾਰਟੀ ਤੁਹਾਨੂੰ ਪਤਾ ਵਰਤ ਸਕਦੀ ਹੈ, ਉਹ ਡੇਰਾ ਚੀਫ ਦਾ ਪ੍ਰਭਾਵ ਵਰਤ ਕੇ ਇਲੈਕਸ਼ਨ ਵਿੱਚ ਲਾਹਾ ਲੈਣ ਦੀ ਕੋਸ਼ਿਸ਼ ਕਰਦੀ ਹੋਵੇ। ਇਹ ਗੱਲ ਬਿਲਕੁਲ ਡਿਸਟਿੰਕਟ ਪੋਸੀਬਿਲਿਟੀ ਹੈਗੀ ਹੈ, ਇਹ ਲੱਗਦਾ ਹੈ। ਤੇ ਕਾਂਗਰਸ ਦੀ ਜਿਸ ਤਰੀਕੇ ਦੀ ਬਗਾਵਤ ਲਗਾਤਾਰ ਵੱਧਦੀ ਜਾ ਰਹੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਪ੍ਰਧਾਨ ਤੇ CM ਦੇ ਰਿਸ਼ਤੇ ਐਲਾਨ ਤੋਂ ਬਾਅਦ ਜਿਸ ਤਰੀਕੇ ਦੇ ਹਾਲਾਤ। ਉਹ ਸੁਖਵਿੰਦਰ, ਵੈਸੇ ਨਾ ਜਿਹੜੀ ਕਾਂਗਰਸ ਦੀ ਇੰਟਰਨਲ ਰਿਫਟ ਹੈਗੀ ਆ, ਕਲੇਸ਼ ਹੈਗਾ ਨਾ, ਉਹਦੀ ਚਰਚਾ ਜ਼ਿਆਦਾ ਇਸ ਕਰਕੇ ਨਹੀਂ ਹੋ ਰਹੀ ਕਿ ਚੰਨੀ ਨਵਜੋਤ ਸਿੱਧੂ ਵਾਲੀ ਕਹਾਣੀ ਜ਼ਿਆਦਾ ਹਾਵੀ ਰਹੀ। ਪਰ ਜੇ ਤੁਸੀਂ ਇਸ ਗੱਲ ਨੂੰ ਤੋਂ ਅੱਗੇ ਜਾ ਕੇ ਕਾਂਗਰਸ ਦੇ ਅੰਦਰੂਨੀ ਹਾਲਾਤ ਤੇ ਨਿਗਾਹ ਮਾਰੋ ਨਾ, ਕਾਂਗਰਸ ਦੇ ਅੰਦਰੂਨੀ ਹਾਲਾਤ ਬਹੁਤ ਮਾੜੇ ਨੇ, ਥੋੜੇ ਨਹੀਂ ਬਹੁਤ ਮਾੜੇ ਨੇ। ਤੁਸੀਂ ਇਹ ਦੇਖੋ ਜੀ ਕਿ ਪੰਜਾਬ ਦਾ ਇੱਕ ਮੰਤਰੀ ਜਿਹਦਾ ਬੇਟਾ ਇੰਡੀਪੈਂਡੈਂਟ ਆਜ਼ਾਦ ਦੇ ਤੌਰ ਤੇ ਨਾਲ ਦੇ ਹਲਕੇ ਚੋਂ ਚੋਣ ਲੜ ਰਿਹਾ, ਤੇ ਪੰਜਾਬ ਦਾ ਉਹ ਮੰਤਰੀ ਕਾਂਗਰਸ ਨੂੰ ਦੇ ਜਿਹੜਾ ਸਿਸਟਮ ਨੂੰ ਡਿਫਾਈ ਕਰਕੇ ਆਪਣੇ ਬੇਟੇ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਿਹਾ, ਤੇ ਕਾਂਗਰਸ ਦਾ ਪ੍ਰਧਾਨ ਉਹਦੇ ਤੇ ਕੋਈ ਨਾ ਐਕਸ਼ਨ ਲਿਆ ਤੇ ਨਾ ਕੋਈ ਗੱਲ ਸੁਣੀ, ਜਾਣੀ ਕਿ ਫ੍ਰੀ ਫॉर ਆਲ ਹੈ। ਤੇ ਉਧਰ ਖਹਿਰਾ ਸਾਹਿਬ ਜਿਹੜੇ ਨੇ ਉਹ ਆਪਣੇ ਰਾਣੇ ਦੇ ਖਿਲਾਫ ਬੋਲਦੇ ਰਹਿੰਦੇ ਨੇ, ਰਾਣਾ ਖਹਿਰਾ ਸਾਹਿਬ ਦੇ ਖਿਲਾਫ ਬੋਲਦੇ ਰਹਿੰਦੇ। ਰਾਣਾ 4-5 MLA ਨੂੰ ਬਾਣੀ ਪਾਈ ਫਿਰਦਾ ਜੀ ਉੱਥੇ। ਰਾਣਾ 4-5 MLA ਨੂੰ ਬਾਣੀ ਪਾਈ ਫਿਰਦਾ ਤੇ 4-5 ਉਹ ਤੇ ਇਲਜ਼ਾਮ ਲਾਈ ਜਾਂਦੇ, ਉਹ 4-5 ਤੇ ਲਾਈ ਜਾਂਦਾ। ਮੈਂ ਹੈਰਾਨ। ਅੱਛਾ, ਹੋਰ ਤੁਸੀਂ ਜੀ ਹੋਰ ਦੇਖੋ ਸੁਖਵਿੰਦਰ ਬਈ, ਪ੍ਰਤਾਪ ਬਾਜਵਾ ਕਹਿੰਦੇ ਸੀ ਇੱਕ ਦਿਨ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਤੋਂ ਅੱਗੇ ਸਭ ਤੋਂ ਸੀਨੀਅਰ ਮੋਸਟ ਹੈਗਾ ਲੀਡਰ ਹੈਗਾ, ਔਰ ਸੱਚ ਹੈ। ਕਾਂਗਰਸ ਦੇ ਪੁਰਾਣੇ ਪ੍ਰਧਾਨ ਨੇ, ਪੁਰਾਣੇ ਲੀਡਰ ਨੇ, ਤੇ ਉਹ ਇਹ ਵਾਰ-ਵਾਰ ਕਹਿੰਦੇ ਰਹੇ ਕਿ ਕਾਂਗਰਸ ਨੂੰ 2022 ਦੀ ਇਲੈਕਸ਼ਨ ਵਿੱਚ ਚਿਹਰਾ ਅਨਾਉਂਸ ਨਹੀਂ ਕਰਨਾ ਚਾਹੀਦਾ। ਤੇ ਉਹ ਪ੍ਰਤਾਪ ਬਾਜਵਾ ਜਿਹੜੀ ਆਪਣੇ ਕਾਂਗਰਸ ਦੀ ਇਲੈਕਸ਼ਨ ਮੈਨੀਫੈਸਟੋ ਦੀ ਕਮੇਟੀ ਆ, ਉਹਦੇ ਚੇਅਰਮੈਨ ਵੀ ਨੇ। ਐਡੇ ਸੀਨੀਅਰ ਲੀਡਰ, ਇਲੈਕਸ਼ਨ ਜਿਹੜੀ ਮੈਨੀਫੈਸਟੋ ਕਮੇਟੀ ਦੇ ਚੀਫ, ਉਹਨਾਂ ਦੀ ਇਹ ਦਲੀਲ ਕਿਸੇ ਨੇ ਸੁਣੀ ਨਹੀਂ ਕਿ ਕਾਂਗਰਸ ਨੂੰ ਚਿਹਰਾ ਨਹੀਂ ਅਨਾਉਂਸ ਕਰਨਾ ਚਾਹੀਦਾ। ਜੇ ਕਾਂਗਰਸ ਚਿਹਰਾ ਅਨਾਉਂਸ ਕਰਦੀ ਹੈ ਇਹਦਾ ਨੁਕਸਾਨ ਹੋਏਗਾ, ਕਿਸੇ ਨੇ ਨਹੀਂ ਸੁਣੀ। ਸੋ ਜੇ ਤੁਸੀਂ ਪ੍ਰਤਾਪ ਬਾਜਵਾ ਵਰਗੇ ਸੀਨੀਅਰ ਲੀਡਰ ਦੀ ਇਹ ਦਲੀਲ ਨੂੰ ਕੋਈ ਸੁਣੇ ਹੀ ਨਾ, ਇਹ ਕੀ ਦਰਸਾਉਂਦਾ ਜੀ? ਕਾਂਗਰਸ ਦੇ ਹਾਲਾਤ ਕੋਈ ਬਹੁਤ ਚੰਗੇ ਨੇ? ਸੋ ਕਾਂਗਰਸ ਦੇ ਹਾਲਾਤ ਬਹੁਤ ਮਾੜੇ ਨੇ। ਕਿਉਂ ਮਾੜੇ ਨੇ? ਜਿਹੜੀ ਸੈਂਟਰ ਦੀ ਹਾਈ ਕਮਾਂਡ ਦੀਆਂ ਗੱਲਾਂ ਤਾਂ ਹੁੰਦੀਆਂ ਨੇ, ਪਰ ਸੈਂਟਰ ਦੀ ਜਿਹੜੀ ਕਮਾਂਡ, ਹਾਈ ਕਮਾਂਡ ਆ ਨਾ, ਉਹ ਹਾਈ ਹੈ ਨਾ ਉਹਦੇ ਕੋਲ ਕਮਾਂਡ ਹੈ। ਬਿਲਕੁਲ। ਜੇ ਫਾਰ ਐਗਜ਼ਾਮਪਲ ਹਾਈ ਕਮਾਂਡ ਹੋਵੇ, ਉਹਦੀ ਕਮਾਂਡ ਚੱਲਦੀ ਹੋਵੇ, ਫਿਰ ਜਿਹੜਾ ਕਲੇਸ਼ ਕਾਂਗਰਸ ਦੇ ਅੰਦਰ, ਜਾਂ ਤਾਂ ਇਹ ਹੋਵੇ ਨਾ ਕਿ ਪਾਰਟੀ ਛੱਡ ਕੇ ਬੰਦਾ ਕਿਸੇ ਹੋਰ ਪਾਸੇ ਚਲੇ ਗਿਆ, ਪਾਰਟੀ ਦੇ ਅੰਦਰ ਬੈਠੇ ਹੀ
ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਰਹਿੰਦੇ ਨੇ। ਤੁਸੀਂ ਦੇਖੋ ਨਾ ਕੰਪੈਰੀਜ਼ਨ ਕਰਕੇ, ਅਕਾਲੀ ਦਲ ਦੇ ਅੰਦਰ ਕੋਈ ਬੋਲਦਾ, ਬੀਜੇਪੀ ਦੇ ਅੰਦਰ ਕੋਈ ਬੋਲਦਾ, ਆਮ ਆਦਮੀ ਪਾਰਟੀ ਦੇ ਅੰਦਰ ਕੋਈ ਬੋਲਦਾ। ਸੋ ਇੰਨਾ ਕਲੇਸ਼ ਕਾਂਗਰਸ ਦੇ ਅੰਦਰ ਜਾ ਰਿਹਾ ਹੈ, ਪਾਰਟੀ ਡਿਸਪਲਿਨ ਦੀ ਕੋਈ ਚੀਜ਼ ਨਹੀਂ ਹੈਗੀ। ਬਿਲਕੁਲ, ਸਥਿਤੀਆਂ ਜਿਹੜੀਆਂ ਦਿਨੋਂ ਦਿਨ ਖਰਾਬ ਹੀ ਨੇ ਡਾਕਟਰ ਸਾਹਿਬ। ਬਿਲਕੁਲ, ਤਾਂ ਤੁਸੀਂ ਡਾਕਟਰ ਸਾਹਿਬ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ। ਤਾਂ ਇਹ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ। ਬਿਲਕੁਲ ਸਰ, ਜੋਤਿਸ਼ਿਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ, ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 99 968 26 004।